हेलो स्टूडेंट्स, मैं राजप्रीत कौर ਕੋਪਾ ਇੰਸਟ੍ਰਕਟਰ ਇਨ ਬਾਬਾ ਫਰੀਦ ITI ਕੋਟਸ਼ਮੀਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟੌਪਿਕ ਲਰਨ ਕਰਦੇ ਹਾਂ ਕਨਸੈਪਟ ਆਫ ਡਿਫਰੈਂਟ ਕੰਟਰੋਲਸ ਯੂਜ਼ਡ ਇਨ ਵੈਬ ਪੇਜ। ਫਸਟ ਕਰਦੇ ਹਾਂ ਇੰਟਰੋਡਕਸ਼ਨ ਟੂ HTML ਫਾਰਮ ਕੰਟਰੋਲਸ। ਮੀਨਸ ਕੀ ਹੈ ਕਿ HTML ਫਾਰਮ ਕੰਟਰੋਲਾਂ ਦੀ ਜਾਣ ਪਛਾਣ। HTML is the markup language for web page creation। HTML ਕੀ ਹੈ? ਇੱਕ ਮਾਰਕਅਪ ਲੈਂਗੁਏਜ ਹੈ ਵੈਬ ਪੇਜ ਬਣਾਉਣ ਦੇ ਲਈ। It defines the web page structure and behavior। ਇਹ ਵੈਬ ਪੇਜ ਦਾ ਜੋ ਸਟਰਕਚਰ ਢਾਂਚਾ ਹੈ ਅਤੇ ਵਿਵਹਾਰ ਹੈ ਉਸ ਨੂੰ ਡਿਫਾਈਨ ਕਰਦੀ ਹੈ। HTML consists of tags and elements that help in structuring the web page। HTML ਵਿੱਚ ਟੈਗ ਅਤੇ ਤੱਤ ਹੁੰਦੇ ਆ ਜੋ ਕਿ ਵੈਬ ਪੇਜ ਦੇ ਸਟਰਕਚਰ ਨੂੰ ਬਣਾਉਣ ਵਿੱਚ ਹੈਲਪ ਕਰਦੇ ਆ। These elements can be grouped together inside a form to collect data from a user in a user-friendly manner। Means ਕੀ ਹੈ ਕਿ ਇਹਨਾਂ ਤੱਤਾਂ ਨੂੰ ਯੂਜ਼ਰ ਦੇ ਅਨੁਕੂਲ ਯੂਜ਼ਰ ਤੋਂ ਡਾਟਾ ਇਕੱਠਾ ਕਰਨ ਅਤੇ ਇੱਕ ਫਾਰਮ ਦੇ ਅੰਦਰ ਇਕੱਠੇ ਸਮੂਹ ਕੀਤਾ ਜਾ ਸਕਦਾ ਹੈ। However, note that HTML is a stateless protocol। That means it cannot store anything and you will lose the data on a page refresh। ਜਿਵੇਂ ਜਾਣਦੇ ਹੋ ਕਿ HTML ਕੀ ਹੈ? ਸਟੇਟਲੈਸ ਪ੍ਰੋਟੋਕੋਲ ਹੁੰਦਾ ਹੈ, ਜਿਸ ਦਾ ਅਰਥ ਕੀ ਹੈ ਕਿ ਤੁਸੀਂ ਕੁਝ ਵੀ ਸਟੋਰ ਨਹੀਂ ਕਰ ਸਕਦੇ। ਜਦੋਂ ਤੁਸੀਂ ਪੇਜ ਨੂੰ ਰੀਫਰੈਸ਼ ਕਰਦੇ ਹੋ ਤਾਂ ਜੋ ਇਸ 'ਤੇ ਡਾਟਾ ਹੁੰਦਾ ਉਹ ਸਾਰਾ ਕੀ ਹੋ ਜਾਂਦਾ? ਲੋਸ ਹੋ ਜਾਂਦਾ। HTML form controls। There are various types of form controls that are defined in the HTML। ਬਹੁਤ ਸਾਰੇ ਕਿਸਮਾਂ ਦੇ ਕੀ ਹੁੰਦੇ ਆ? ਫਾਰਮ ਕੰਟਰੋਲ ਹੁੰਦੇ ਆ ਜੋ HTML ਦੇ ਵਿੱਚ ਡਿਫਾਈਨ ਕੀਤੇ ਜਾਂਦੇ ਆ। These controls are responsible to accept the user input in a specified manner। ਇਹ ਕੰਟਰੋਲਸ ਰਿਸਪੌਂਸੀਬਲ ਹੁੰਦੇ ਆ, ਜ਼ਿੰਮੇਵਾਰ ਹੁੰਦੇ ਆ। ਟੂ ਐਕਸੈਪਟ ਮੀਨਸ ਸਵੀਕਾਰ ਕਰਨਾ, ਯੂਜ਼ਰ ਇਨਪੁਟ ਇਨ ਏ ਸਪੈਸੀਫਾਈਡ ਮੈਨਰ, ਇੱਕ ਵਧੀਆ ਸਪੈਸੀਫਾਈਡ ਮੈਨਰ ਦੇ ਵਿੱਚ ਯੂਜ਼ਰ ਇਨਪੁਟ ਨੂੰ ਸਵੀਕਾਰ ਕਰਨ ਦੇ ਲਈ ਰਿਸਪੌਂਸੀਬਲ ਹੁੰਦੇ। ਲੈਟਸ ਹੈਵ ਏ ਲੁੱਕ ਐਟ ਦਾ ਵੇਰੀਅਸ ਟਾਈਪ ਆਫ ਅਵੇਲੇਬਲ ਫਾਰਮ ਕੰਟਰੋਲ ਇਨ HTML। ਆਓ ਹੁਣ ਆਪਾਂ HTML ਵਿੱਚ ਜਿਹੜੇ ਉਪਲਬਧ ਕਈ ਕਿਸਮਾਂ ਦੇ ਫਾਰਮ ਕੰਟਰੋਲ ਹੈ ਉਹਨਾਂ ਬਾਰੇ ਜਾਣਦੇ ਹਾਂ। ਫਸਟ ਹੈ ਇਨਪੁਟ ਟੈਕਸਟ ਕੰਟਰੋਲ। ਜੋ ਇਨਪੁਟ ਟੈਕਸਟ ਕੰਟਰੋਲ ਹੁੰਦਾ ਉਹ ਯੂਜ਼ਰ ਡਾਟਾ ਨੂੰ ਇੱਕ ਫ੍ਰੀ ਟੈਕਸਟ ਵਜੋਂ ਕਲੈਕਟ ਕਰਨ ਦੇ ਲਈ ਵਰਤੇ ਜਾਂਦੇ ਆ। ਵੈਬ ਪੇਜ 'ਤੇ ਜਿਹੜਾ ਵੀ ਯੂਜ਼ਰ ਡਾਟਾ ਨੂੰ ਇਨਪੁਟ ਕਰਦਾ ਉਹ ਕਿਸ 'ਤੇ ਕਰਦਾ? ਇੱਕ ਆਇਤਾਕਾਰ ਬਾਕਸ 'ਤੇ, ਮਤਲਬ ਇੱਕ ਆਇਤਾਕਾਰ ਬਾਕਸ ਬਣੇਗਾ ਜਿਸ ਦੇ ਉੱਤੇ ਯੂਜ਼ਰ ਕੀ ਕਰੂਗਾ? ਜੋ ਡਾਟਾ ਉਸਨੂੰ ਇਨਪੁਟ ਕਰੂਗਾ। ਇੱਥੇ ਜੋ ਇਨਪੁਟ ਟੈਕਸਟ ਕੰਟਰੋਲ ਹੁੰਦਾ HTML ਦੇ ਵਿੱਚ ਜਿਹੜੇ ਵਰਤੇ ਜਾਂਦੇ ਆ ਉਸ ਦੀਆਂ ਕਈ ਕਿਸਮਾਂ ਹੁੰਦੀਆਂ। ਜਿਵੇਂ ਫਸਟ ਕੀ ਹੈ? ਸਿੰਗਲ ਲਾਈਨ ਇਨਪੁਟ ਟੈਕਸਟ ਕੰਟਰੋਲ। ਇਹਦੇ ਵਿੱਚ ਕੀ ਹੁੰਦਾ ਹੈ? ਜਿਹੜਾ ਯੂਜ਼ਰ ਹੁੰਦਾ ਉਹ ਡਾਟਾ ਨੂੰ ਇੱਕੋ ਲਾਈਨ ਦੇ ਵਿੱਚ ਦਾਖਲ ਕਰਦਾ। ਅਜਿਹੇ ਇਨਪੁਟ ਟੈਕਸਟ ਕੰਟਰੋਲ ਦੀ ਐਗਜ਼ਾਮਪਲ ਕੀ ਹੈ? ਜਿਵੇਂ ਨੇਮ, ਸਰਚ ਬਾਕਸ ਹੋ ਗਿਆ, ਸ਼ਹਿਰ ਆਦਿ ਇਹ ਚੀਜ਼ਾਂ ਦਰਜ ਕਰਨ ਦੇ ਲਈ ਕੀਤੀ ਜਾਂਦੀ ਹੈ। ਸੈਕਿੰਡ ਕੀ ਆ ਜਾਂਦਾ ਹੈਗਾ? ਮਲਟੀ ਲਾਈਨ ਇਨਪੁਟ ਟੈਕਸਟ ਕੰਟਰੋਲ। ਇਹ ਇਨਪੁਟ ਕੀ ਕਰਦਾ? ਯੂਜ਼ਰ ਨੂੰ ਮਲਟੀਪਲ ਲਾਈਨਾਂ ਦਾ ਡੇਟਾ ਦਾਖਲ ਕਰਨ ਦੀ ਪਰਮਿਸ਼ਨ ਦਿੰਦਾ। ਮਤਲਬ ਉਸ ਵਿੱਚ ਸਿੰਗਲ ਲਾਈਨ ਇੱਕ ਲਾਈਨ ਦੇ ਵਿੱਚ ਹੁੰਦਾ ਸੀ ਡਾਟਾ ਸਟੋਰ, ਇਸ ਦੇ ਵਿੱਚ ਕੀ ਹੁੰਦਾ? ਮਲਟੀਪਲ ਲਾਈਨਾਂ ਦੇ ਵਿੱਚ ਡਾਟਾ ਨੂੰ ਐਡ ਕੀਤਾ ਜਾਂਦਾ। ਅਜਿਹੇ ਇਨਪੁਟ ਕੰਟਰੋਲ ਦੀਆਂ ਆਮ ਵਰਤੋਂ ਟਿੱਪਣੀਆਂ ਲਈ, ਪਤੇ, ਵੇਰਵੇ ਅਤੇ ਹੋਰ ਲਈ ਕੀਤੀ ਜਾਂਦੀ ਹੈ। ਥਰਡ ਕੀ ਆ ਜਾਂਦਾ? ਪਾਸਵਰਡ ਇਨਪੁਟ ਕੰਟਰੋਲ।
ਇਹ ਆਮ ਤੌਰ 'ਤੇ ਪਾਸਵਰਡ ਖੇਤਰ ਦੇ ਲਈ ਵਰਤਿਆ ਜਾਂਦਾ ਹੈ। ਇਹ ਇਨਪੁਟ ਟੈਕਸਟ ਫੀਲਡ ਦੀ ਤਰ੍ਹਾਂ ਹੀ ਕੰਮ ਕਰਦਾ ਹੈ, ਪਰ ਇਸ ਟੈਕਸਟ ਦਾ ਉਦੇਸ਼ ਕੀ ਹੁੰਦਾ, ਸੁਰੱਖਿਆ ਦੇ ਲਈ ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਸੈਕਿੰਡ ਕੀ ਹੈ, ਇਨਪੁਟ ਟਾਈਪ ਸਬਮਿਟ। ਜਦੋਂ ਇਨਪੁਟ ਟਾਈਪ ਨੂੰ ਸਬਮਿਟ ਕਰਨਾ ਹੁੰਦਾ ਤਾਂ ਇਹ ਫਾਰਮ ਐਕਸ਼ਨ ਵਿੱਚ ਪ੍ਰਭਾਵਿਤ ਐਕਸ਼ਨ ਕਰਦੀ ਹੈ ਅਤੇ ਜਿਹੜਾ ਵੀ ਫਾਰਮ ਹੁੰਦਾ ਫਾਰਮ ਨੂੰ ਡਾਟਾ ਸਰਵਰ ਨੂੰ ਭੇਜਦੀ ਹੈ। ਇੱਥੇ ਜੋ ਯੂਜ਼ਰ ਦਾ ਨਾਮ ਅਤੇ ਪਾਸਵਰਡ ਦੀ ਵੈਲਿਊ ਸਰਵਰ ਨੂੰ ਸਬਮਿਟ ਬਟਨ ਕਲਿੱਕ ਪ੍ਰੋਗਰਾਮ 'ਤੇ ਜਮ੍ਹਾਂ ਕੀਤੇ ਜਾਣਗੇ। ਥਰਡ ਆ ਜਾਂਦਾ ਹੈ ਇਨਪੁਟ ਟਾਈਪ ਰੇਡੀਓ। ਰੇਡੀਓ ਬਟਨ ਹੁੰਦੇ ਆ ਜਿਹੜੇ ਉਹ ਉਦੋਂ ਵਰਤੇ ਜਾਂਦੇ ਆ ਜਦੋਂ ਜੋ ਯੂਜ਼ਰ ਹੈ ਉਹ ਡਾਟਾ ਨੂੰ ਬੂਲੀਅਨ ਵੈਲਿਊ ਦੇ ਰੂਪ ਵਿੱਚ ਸੇਵ ਕਰਦੇ ਆ, ਜਾਂ ਤੁਹਾਨੂੰ ਕਈ ਆਪਸ਼ਨਾਂ ਵਿੱਚੋਂ ਸਿਰਫ ਕੀ ਕਰਨੀ ਹੋਵੇ, ਇੱਕ ਇਨਪੁਟ ਦੀ ਉਮੀਦ ਹੈ। ਰੇਡੀਓ ਬਟਨਾਂ ਦਾ ਕੁਝ ਆਮ ਵਰਤੋਂ ਲਿੰਗ ਨਿਰਧਾਰਨ ਕਰਨ 'ਤੇ ਜਾਂ ਕਰਮਚਾਰੀ ਦੀ ਕਿਸਮ, ਨਿਯਮਤ ਜਾਂ ਅਸਥਾਈ ਅਤੇ ਹੋਰ ਦੇ ਤੌਰ 'ਤੇ ਕੀਤੀ ਜਾਂਦੀ ਹੈ। ਨੈਕਸਟ ਆ ਜਾਂਦਾ ਆਪਣਾ ਇਨਪੁਟ ਟਾਈਪ ਚੈੱਕ ਬਾਕਸ। ਜੋ ਚੈੱਕ ਬਾਕਸ ਹੁੰਦਾ ਉਸ ਵਿੱਚ ਕੀ ਹੁੰਦਾ, ਉਸ ਦੀ ਚੋਣ ਕਰਦਾ ਯੂਜ਼ਰ ਜੋ ਉਸ ਦੇ ਕੇਸ ਵਿੱਚ ਸਹੀ ਹੁੰਦਾ। ਜਦੋਂ ਇਨਪੁਟ ਬਾਰੇ ਪਹਿਲਾਂ ਤੋਂ ਪਤਾ ਹੁੰਦਾ ਮੀਨਸ ਜਾਣਿਆ ਜਾਂਦਾ ਤਾਂ ਇਹ ਡਾਟਾ ਨੂੰ ਸਵੀਕਾਰ ਕਰਨ ਦਾ ਇੱਕ ਬਹੁਤ ਹੀ ਕਨਵੈਨਸ਼ਨ ਤਰੀਕਾ ਹੁੰਦਾ। ਨੈਕਸਟ ਆ ਜਾਂਦਾ ਇਨਪੁਟ ਟਾਈਪ ਡਰੌਪ ਲਿਸਟ। ਡਰੌਪ ਡਾਊਨ ਲਿਸਟ ਵਿੱਚ ਯੂਜ਼ਰ ਨੂੰ ਕੀ ਹੁੰਦਾ, ਕਾਫੀ ਆਪਸ਼ਨਾਂ ਦੇ ਵਿੱਚੋਂ ਇੱਕ ਚੁਣਨ ਦੇ ਲਈ ਯੋਗ ਬਣਾਉਂਦਾ। ਉਦਾਹਰਨ ਦੇ ਲਈ ਮੰਨ ਲਓ ਕਿਸੇ ਸ਼ਹਿਰ ਦੀ ਲਿਸਟ ਹੈ ਜਿਸ ਵਿੱਚ ਡਰੌਪ ਡਾਊਨ ਨਾਲ ਇੱਕ ਕਰਮਚਾਰੀ ਨਾਲ ਸੰਬੰਧਿਤ ਹੋ ਸਕਦਾ ਹੈ। ਨੈਕਸਟ ਆ ਜਾਂਦਾ ਇਨਪੁਟ ਟਾਈਪ ਅਪਡ ਗਰੁੱਪ। ਅਪਡ ਗਰੁੱਪ ਡਰੌਪ ਡਾਊਨ ਲਿਸਟ ਦੀ ਤਰ੍ਹਾਂ ਹੀ ਕੰਮ ਕਰਦਾ। ਇਹਦੇ ਵਿੱਚ ਫ਼ਰਕ ਸਿਰਫ ਇਹੀ ਹੁੰਦਾ ਹੈ ਕਿ ਜੋ ਅਪਡ ਗਰੁੱਪ ਹੈ ਉਹ ਤੁਹਾਨੂੰ ਇੱਕ ਛਤਰੀ ਹੇਠ ਕੁਝ ਆਪਸ਼ਨਾਂ ਨੂੰ ਤਰਕ ਨਾਲ ਸਮੂਹਿਕ ਕਰਨ ਦਿੰਦੀ ਹੈ। ਉਦਾਹਰਨ ਵਜੋਂ ਜਿਵੇਂ ਸਮਝਦੇ ਆਪਾਂ, ਭਾਰਤ ਵਿੱਚ ਵੱਖ-ਵੱਖ ਰਾਜਾਂ ਦੇ ਸ਼ਹਿਰਾਂ ਨੂੰ ਲਿਸਟ ਕਰਨ ਲਈ ਡਰੌਪ ਡਾਊਨ ਸੂਚੀਆਂ ਰਾਜਾਂ ਦੁਆਰਾ ਸਮੂਹਿਕ ਕੀਤੀਆਂ ਗਈਆਂ ਹਨ। ਨੈਕਸਟ ਆ ਜਾਂਦਾ ਫੀਲਡ ਸੈੱਟ। ਫੀਲਡ ਸੈੱਟ HTML ਦੇ ਰੂਪ ਵਿੱਚ ਇੱਕ ਹੋਰ ਕੀ ਹੁੰਦਾ, ਲਾਭਦਾਇਕ ਟੈਗ ਹੁੰਦਾ ਜੋ ਕੀ ਕਰਦਾ ਹੈ, ਡਿਵੈਲਪਰ ਨੂੰ ਤਰਕ ਨਾਲ ਇੱਕ ਕਥਾ ਦੇ ਅਧੀਨ ਕੁਝ ਕੰਟਰੋਲ ਸਮੂਹਾਂ ਕਰਨ ਦਿੰਦਾ ਹੈ। ਉਦਾਹਰਨ ਦੇ ਲਈ ਲੌਗਇਨ ਪੇਜ ਲਈ ਫੀਲਡ ਸੈੱਟ। ਨੈਕਸਟ ਆ ਜਾਂਦਾ HTML ਆਉਟਪੁੱਟ ਟੈਗ। ਇਹ ਆਉਟਪੁੱਟ ਟੈਗ HTML5 ਵਿੱਚ ਪੇਸ਼ ਕੀਤਾ ਗਿਆ ਹੈ। ਇਹ ਤੁਹਾਨੂੰ ਕੀ ਕਰਦਾ ਹੈ, ਗਣਨਾ ਦੇ ਨਤੀਜੇ ਨੂੰ ਤੁਰੰਤ ਹੀ ਪ੍ਰਦਰਸ਼ਿਤ ਕਰਨ ਦਿੰਦਾ ਹੈ। ਇਹ ਕਾਫੀ ਉਪਯੋਗੀ ਹੁੰਦਾ ਜਦੋਂ ਯੂਜ਼ਰ ਨੂੰ ਤੁਰੰਤ ਗਣਨਾ ਕਰਨ ਅਤੇ ਨਤੀਜੇ ਵੇਖਣ ਦੀ ਜ਼ਰੂਰਤ ਹੁੰਦੀ ਹੈ। ਮੰਨ ਲਓ ਗਿਣਤੀ ਵੀ ਕਰਨੀ ਹੈ ਉਸਨੇ ਅਤੇ ਨਤੀਜੇ ਵੀ ਦੇਖਣੇ ਆ, ਤਾਂ ਅਜਿਹੇ ਮਾਮਲਿਆਂ ਦੀ ਇੱਕ ਖਾਸ ਉਦਾਹਰਨ ਕਿਵੇਂ ਹੁੰਦੀ ਹੈ, ਜਦੋਂ ਯੂਜ਼ਰ ਕਾਰਟ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਦੀ ਸੰਖਿਆ ਦੀ ਜਾਂਚ ਕਰਨਾ ਚਾਹੁੰਦਾ। ਨੈਕਸਟ ਹੈ ਇਨਪੁਟ ਟਾਈਪ ਦਾ ਕਲਰ। ਇਨਪੁਟ ਟਾਈਪ ਕਲਰ ਫਾਰਮ ਵਿੱਚ ਕੀ ਹੁੰਦਾ, ਅਕਸਰ ਹੀ ਕਿਸੇ ਟੈਕਸਟ ਦੀ ਬਜਾਏ ਰੰਗ ਦਿਖਾਉਣਾ ਜ਼ਰੂਰੀ ਹੈ। HTML5 ਵਿੱਚ ਇਨਪੁਟ ਕਿਸਮ ਦਾ ਰੰਗ ਤੁਹਾਨੂੰ ਅਜਿਹਾ ਕਰਨ ਦੇਵੇਗਾ। ਇਹ ਉਹ ਰੰਗ ਦਿਖਾਉਂਦਾ ਹੁੰਦਾ ਜਿਸ ਨੂੰ ਤੁਸੀਂ ਫਾਰਮ ਵਿੱਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਹੋ। ਖਾਸ ਦ੍ਰਿਸ਼ ਜਿੱਥੇ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਇੱਕ ਪ੍ਰੋਜੈਕਟ ਜਾਂ ਪੜਾਅ ਦੀ ਸਥਿਤੀ ਨੂੰ ਦਰਸਾਉਂਦਾ। ਨੈਕਸਟ ਆ ਜਾਂਦਾ ਇਨਪੁਟ ਟਾਈਪ ਡੇਟ। ਇਨਪੁਟ ਟਾਈਪ ਵਿੱਚ ਮਿਤੀ ਆਮ ਤੌਰ 'ਤੇ ਵਰਤੀ ਜਾਂਦੀ ਹੈ, ਜਿੱਥੇ ਇੱਕ ਮਿਤੀ ਦੀ ਕਿਸਮ ਫੀਲਡ ਯੂਜ਼ਰ ਦੁਆਰਾ ਇਨਪੁਟ ਦੀ ਉਮੀਦ ਕੀਤੀ ਜਾਂਦੀ ਹੈ। ਇਹ ਡੇਟ ਆਫ ਬਰਥ ਹੋ ਸਕਦੀ ਹੈ, ਹਾਇਰਿੰਗ ਡੇਟ ਹੋ ਸਕਦੀ ਹੈ,
ਸਮਾਪਤੀ ਦੀ ਡੇਟ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਕੁਝ ਹੋਰ ਵੀ ਹੋ ਸਕਦੀ ਹੈ। ਇਹ HTML 5 ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਮਿਤੀ ਦਾ ਫਾਰਮੈਟ ਬਰਾਊਜ਼ਰ ਦੀ ਤਬਦੀਲੀ ਨਾਲ ਥੋੜ੍ਹਾ ਵੱਖਰਾ ਹੁੰਦਾ ਹੈ। ਸੋ ਸਟੂਡੈਂਟਸ, ਅੱਜ ਆਪਾਂ HTML ਦੇ ਵਿੱਚ ਜੋ ਕੰਟਰੋਲਸ ਯੂਜ਼ ਹੁੰਦੇ ਆ ਉਹਨਾਂ ਬਾਰੇ ਗੱਲ ਕੀਤੀ ਹੈ। ਸੋ ਥੈਂਕ ਯੂ ਫॉर ਵਾਚਿੰਗ।